ਇਹ ਕਿਸ ਤਰ੍ਹਾਂ ਪੋਸੀਬਲ ਹੋ ਸਕਦਾ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਅਫਸਾਨਾ ਔਰ ਸਾਜ਼ ਦੀ ਅੰਗੇਜਮੈਂਟ ਵੀ ਕਿਉਂਕਿ ਸਾਲ ਤਾਂ ਹੋ ਚੱਲਾ ਅੰਗੇਜਮੈਂਟ ਨੂੰ ਵੀ ਤੁਹਾਨੂੰ ਉਦੋਂ ਵੀ ਪਤਾ ਨਹੀਂ ਚੱਲਿਆ ਕਿ ਸਾਜ਼ ਦੀ ਅੰਗੇਜਮੈਂਟ ਹੋਈ ਹੈ ਅਫਸਾਨਾ ਦੇ ਨਾਲ ਕਿਉਂਕਿ ਅਫਸਾਨਾ ਇੱਕ ਵੱਡਾ ਨਾਮ ਹੈ जी मैं बहुत ज़्यादा एक्टिव नहीं रहती सोशल मीडिया में और साजिद मुझे वैसे भी ब्लॉक करके रखा है। पर ये चीज़ां ਤੁਹਾਨੂੰ कभी पता ही नहीं चलिया कि वो उन्होंने कुछ रिलेशन है या एंगेजमेंट हो चुके हैं या ब्याह कराने वाले हैं। किसी ने ये चीज़ नहीं बताई। जब वो फ़ोन करती अपने डैड को फ़ोन करती थी वो कहता था आप कौन बोल रहे हो। उस बच्ची को कैसा लगता होगा। रायपुर में एकेडमी खोल के दिया था इसे, उसको भी इसने पूरा बर्बाद कर दिया। ਪੰਜਾਬੀ ਗਾਇਕਾ ਅਫਸਾਨਾ ਖਾਨ ਤੇ ਉਹਨਾਂ ਦੇ ਮੰਗੇਤਰ ਸਾਜ਼ ਦਾ ਫਰਵਰੀ ਵਿੱਚ ਵਿਆਹ ਹੋਣ ਵਾਲਾ ਹੈ ਪਰ ਜਿੱਥੇ ਉਹਨਾਂ ਦਾ ਵਿਆਹ ਹੋਣ ਜਾ ਰਿਹਾ ਹੈ ਉਸ ਦੀ ਖਬਰਾਂ ਆ ਰਹੀਆਂ ਉੱਥੇ ਇੱਕ ਇਹ ਵੀ ਖਬਰ ਹੈ ਕਿ ਸਾਜ਼ ਜੋ ਕਿ ਅਫਸਾਨਾ ਖਾਨ ਦੇ ਮੰਗੇਤਰ ਹੈ ਉਹ ਪਹਿਲੇ ਹੀ ਵਿਆਹੇ ਹੋਏ ਨੇ ਔਰ ਕੁਝ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹੈ ਜਿਸ ਦੇ ਵਿੱਚ ਛੱਤੀਸਗੜ੍ਹ ਦੀ ਅਨੁਗ੍ਰਹਿ ਔਰ ਸਾਜ਼ ਦੀ ਜਿਹੜੀ ਤਸਵੀਰਾਂ ਹੈ ਵਿਆਹ ਦੀਆਂ ਉਹ ਸਾਹਮਣੇ ਆਈਆਂ ਹੈ ਔਰ ਅਨੁਗ੍ਰਹਿ ਹੁਣ ਸੋਸ਼ਲ ਮੀਡੀਆ ਰਾਹੀਂ ਲੋਕਾਂ ਸਾਹਮਣੇ ਆ ਰਹੀ ਹੈ ਔਰ ਇਹ ਕਹਿ ਰਹੀ ਹੈ ਕਿ ਸਾਜ਼ ਨਾਲ ਉਹਨਾਂ ਦਾ 2014 ਵਿੱਚ ਵਿਆਹ ਹੋਇਆ ਸੀ 2017 ਵਿੱਚ ਆਪਸੀ ਵਿਵਾਦ ਹੋਣ ਕਰਕੇ ਕੁਝ ਲੜਾਈ ਹੋਣ ਕਰਕੇ ਉਹ ਵੱਖ ਹੋ ਗਏ ਤੇ ਅੱਜ ਅਨੁਗ੍ਰਹਿ ਸਾਡੇ ਨਾਲ ਅਨੁਗ੍ਰਹਿ ਸਾਡੇ ਨਾਲ ਸਕਾਈਪ ਇੰਟਰਵਿਊ ਵਰਚੁਅਲੀ ਸਾਡੇ ਨਾਲ ਜੁੜੇ ਹੋਏ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਪੱਖ ਜ਼ਰੂਰ ਅਸੀਂ ਅਨੁਗ੍ਰਹਿ ਦਾ ਵੀ ਸੁਣਾਂਗੇ ਔਰ ਜਾਣਨਾ ਚਾਹਾਂਗੇ ਕਿ ਕਿਉਂ ਰੀਜ਼ਨ ਰਿਹਾ ਕਿ ਉਹ ਸਾਜ਼ ਤੋਂ ਅੱਡ ਹੋਏ ਔਰ ਜੇਕਰ ਅਫਸਾਨਾ ਔਰ ਸਾਜ਼ ਦੀ ਕਿਉਂਕਿ ਜਦੋਂ ਗਰਮੀਆਂ ਦੇ ਵਿੱਚ ਅਸੀਂ ਦੇਖਿਆ ਕਿ 2021 ਵਿੱਚ ਮੰਗਣੀ ਹੋਈ ਸੀ ਔਰ ਉਸ ਵੇਲੇ ਵੀ ਬਹੁਤ ਸੁਰਖੀਆਂ ਵਿੱਚ ਸੀਗੀ ਸਾਜ਼ ਔਰ ਅਫਸਾਨਾ ਦੀ ਮੰਗਣੀ ਔਰ ਉਸ ਵੇਲੇ ਅਗਰ ਇੰਗੇਜਮੈਂਟ ਵੇਲੇ ਵੀ ਅਨੁਗ੍ਰਹਿ ਸਾਹਮਣੇ ਨਹੀਂ ਆਈ ਤੇ ਉਹਦੇ ਪਿੱਛੇ ਕੀ ਰੀਜ਼ਨ ਹੈ ਸੋ ਅਨੁਗ੍ਰਹਿ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜਗਬਾਣੀ ਤੇ ਜੀ ਅਨੁਗ੍ਰਹਿ ਮੇਰੀ ਆਵਾਜ਼ ਤੁਹਾਨੂੰ ਆ ਰਹੀ ਹੈ ਹਾਂਜੀ ਸੋ ਅਨੁਗ੍ਰਹਿ ਜਾਣਨਾ ਚਾਹਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਰਿਸ਼ਤੇ ਬਾਰੇ ਜਾਣਨਾ ਚਾਹਾਂਗੀ ਸਾਜ਼ ਦੇ ਨਾਲ ਕਿ ਕਿੱਦਾਂ ਤੁਸੀਂ ਸਾਜ਼ ਨੂੰ ਮਿਲੇ 2014 ਵਿੱਚ ਤੁਹਾਡਾ ਉਹਨਾਂ ਨਾਲ ਵਿਆਹ ਹੋਇਆ ਸੀ 2017 ਵਿੱਚ ਜਿਵੇਂ ਕਿ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਤੁਸੀਂ ਕਿਹਾ ਕਿ ਮੈਂ ਵਾਪਸ ਆਪਦੇ ਘਰ ਛੱਤੀਸਗੜ੍ਹ ਦੇ ਤੁਸੀਂ ਉੱਥੇ ਤੁਸੀਂ ਵਾਪਸ ਆ ਗਏ ਸੀ ਸੋ ਜਾਣਨਾ ਚਾਹਾਂਗੇ ਮੁਲਾਕਾਤ ਕਿਵੇਂ ਹੋਈ ਵਿਆਹ ਕਿੱਦਾਂ ਹੋਇਆ ਔਰ ਕੀ ਰੀਜ਼ਨ ਰਹੇ ਕਿ ਤੁਸੀਂ ਦੋਨੋਂ ਅੱਡ ਹੋ गए अलग होने का तो रीजन मैम मुझे आज तक नहीं पता कि हम अलग क्यों हुए मुझे ये रीजन तो नहीं पता क्योंकि पर्सनली मेरा उसके साथ ऐसा नहीं था लेकिन हाँ शादी के बाद थोड़े दिन तक बस सब चीज ठीक रहा और फिर घर वालों का वही लड़ाई झगड़ा ये सारी चीजें चलती रही ਤੁਸੀਂ ਮਿਲੇ ਕਦੋਂ ਸੀ ਸਾਜ਼ ਨੂੰ ਕਿ हम यही रायपुर में यहाँ से होके वो अंगुल जाता था ना तो तब हमारा मिलना हुआ था यहाँ पे रायपुर में किस तरह मिले सीगे कोई तो मैं अपने फोन के थ्रू ही मिली थी अच्छा जो साजन का भी फ्रेंड था और मेरा भी फ्रेंड था हमारा कॉमन फ्रेंड था उसके थ्रू ही मैं मिली थी साजन से ਤੇ ਫਿਰ ਕਿੰਨੇ ਅਪਰੋਚ ਕੀਤਾ ਵਿਆਹ ਦੇ ਲਈ ਕਿ ਸਾਜ਼ ਨੇ ਤੁਹਾਨੂੰ ਅਪਰੋਚ ਕੀਤਾ ਸੀ ਵਿਆਹ ਲਈ साजन ने ही मेरे को अप्रोच किया था शादी के लिए ਫਿਰ ਉਸ ਤੋਂ ਬਾਅਦ ਕਿੰਨੇ ਟਾਈਮ ਤੱਕ ਤੁਸੀਂ ਰਿਲੇਸ਼ਨਸ਼ਿਪ 'ਚ ਰਹੇ ਕਿ 2014 ਵਿੱਚ ਹੀ ਤੁਸੀਂ ਇੱਕ ਦੂਸਰੇ ਨੂੰ ਮਿਲੇ ਔਰ ਅਦੋਂ ਹੀ ਇਮੀਡੀਏਟ ਡਿਸੀਜਨ ਲਿੱਤਾ ਕਿ ਵਿਆਹ करना है 13 दिसंबर लास्ट से ही हमारा चालू हुआ था फिर हम जून में हमारी शादी हो गई थी 27 जून 2014 में ਜੀ ਅਨੁਗ੍ਰਹਿ 2017 ਵਿੱਚ ਫਿਰ ਤੁਸੀਂ ਜਦੋਂ ਅੱਡ ਹੋ ਗਏ ਤੁਸੀਂ ਕਿਹਾ ਕਿ ਮੈਨੂੰ ਰੀਜ਼ਨ ਨਹੀਂ ਪਤਾ ਚੱਲਿਆ ਅੱਜ ਤੱਕ ਕੀ ਗੱਲ ਸੀ ਕੀ ਰੀਜ਼ਨ ਸੀ ਬਸ ਲੜਾਈਆਂ ਹੁੰਦੀਆਂ ਰਹੀਆਂ ਪਰ 2000 जी लड़ाई होती थी काफी ज्यादा होती थी मार कुटाई भी चालू कर दिया था उसने अच्छा और क्या कहते हैं उल्टा सीधा बोलना अब वो वर्ड्स तो मैं नहीं बोल सकती आपको बट यही सारी चीजें थी जब थक हार के मैंने डिसाइड किया कि मुझे वापस आना चाहिए ਵਿਆਹ ਤੋਂ ਬਾਅਦ ਤੁਸੀਂ ਕਿੱਥੇ ਰਹਿਣਾ ਸ਼ੁਰੂ ਕੀਤਾ ਸੀਗਾ ਕਿ ਤੁਸੀਂ ਛੱਤੀਸਗੜ੍ਹ ਵਿੱਚ ਹੀ ਰਹਿੰਦੇ ਸੀਗੇ ਜਾਂ ਤੁਸੀਂ ਪੰਜਾਬ ਵਿੱਚ ਰਹਿਣਾ ਸਟਾਰਟ ਕਰਤਾ ਸੀ हम जीरकपुर उसके अगस्त सितंबर में हम वहाँ आ गए थे जीरकपुर आ गए थे जीरकपुर में हम रहने लग गए थे 2014 ਦੇ ਵਿੱਚ हाँ जी ਤੁਹਾਡੀ ਬੇਟੀ ਤੁਹਾਡੇ ਨਾਲ ਇਸ ਵੇਲੇ ਤੁਹਾਡੀ ਬੇਟੀ ਹੈ हाँ जी ਤੁਹਾਡੀ ਬੇਟੀ ਦਾ ਨਾਮ ਕੀ ਹੈ ਕਿੰਨੇ ਸਾਲ ਦੀ ਹੈ निष्ठा शर्मा है उसका नाम और ये अभी 6 इयर्स की हो जाएगी फेब में ਸੋ ਜਦੋਂ ਤੁਸੀਂ ਡਿਸੀਜਨ ਲਿਆ ਕਿ ਇੰਨੀ ਲੜਾਈਆਂ ਵੱਧ ਰਹੀਆਂ ਤੁਸੀਂ ਇਹ ਸੋਚਿਆ ਕਿ ਹੁਣ ਮੇਰੇ ਤੋਂ ਨਹੀਂ ਬੇਅਰ ਕੀਤਾ ਜਾ ਰਿਹਾ
ਔਰ ਤੁਸੀਂ ਵਾਪਸ ਆਪਦੇ ਘਰ ਛੱਤੀਸਗੜ੍ਹ ਆ ਗਏ, ਉਸ ਤੋਂ ਬਾਅਦ ਕੀ ਸਾਜ਼ ਨਾਲ ਕੰਟੀਨਿਊਟੀ ਵਿੱਚ ਗੱਲ ਹੁੰਦੀ ਸੀ ਜਾਂ ਫਿਰ ਗੱਲ ਰੁਕ गई थी? कंटिन्यू तो नहीं होती थी, बीच बीच में मैं कॉल करती थी। एक बार उस बीच दौरान मेरी बात हुई अभी लास्ट लॉकडाउन के टाइम पे, लास्ट टू लास्ट पहला लॉकडाउन लगा था तब मेरी एक बार बात हुई। भैया भाभी से कभी दिवाली वगैरह में मेरी बात हो जाती थी, और तब भी मुझे ये सब का पता नहीं था कि कुछ और ही चल रहा है मेरे पीछे, इन सारी चीजों का कुछ पता नहीं था मेरे को। बट अभी सेकेंड लॉकडाउन में भी मेरी भैया से जब बात हुई, अच्छे से बात हुई, वो कहे कि तू आके रह ले घर पे, यहाँ पे तेरा ही घर है। तभी भी मुझे कुछ नहीं पता था, मतलब अभी सेकेंड लॉकडाउन तक तो मतलब ऐसा था कि भैया तुम आके रह लो। ਇਹ ਸਾਜ਼ ਦੇ ਬ੍ਰਦਰ ਵੱਲੋਂ ਗੱਲ ਕਹੀ ਗਈ ਸੀ ਤੁਹਾਨੂੰ ਕਿ ਤੁਸੀਂ ਆ ਕੇ ਰਹਿ ਲਓ। पर अनुप्रिया ये किस तरह पॉसिबल हो सकता है, क्योंकि सोशल मीडिया ते अफसाना और साज दी अंगेजमेंट भी, क्योंकि साल ਤਾਂ ਹੋ ਚੱਲਾ ਅੰਗੇਜਮੈਂਟ ਨੂੰ ਵੀ, ਤੁਹਾਨੂੰ ਉਦੋਂ ਵੀ ਪਤਾ ਨਹੀਂ ਚੱਲਿਆ ਕਿ ਸਾਜ ਦੀ ਅੰਗੇਜਮੈਂਟ ਹੋਈ ਹੈ ਅਫਸਾਨਾ ਦੇ ਨਾਲ, क्योंकि अफसाना एक बड़ा नाम है जी। मैं बहुत ज्यादा एक्टिव नहीं रहती हूँ सोशल मीडिया में, और साजन मुझे वैसे भी ब्लॉक करके रखा है, फेसबुक पे, इंस्टा पे, सब जगह वो मुझे ब्लॉक करके रखा है। तो मुझे उतना पता नहीं है कि क्या कर रहा है वो क्या नहीं, क्योंकि जब उसको कॉल भी करो तो वो मेरा नंबर ब्लॉक कर देता है, या मम्मा के नंबर से कॉल करो तो उधर ब्लॉक कर देता है, तो मुझे कैसे चीजें पता चलेंगी। क्योंकि यूट्यूब ਤੇ ਸੋਸ਼ਲ ਮੀਡੀਆ ਤੇ ਚਾਹੇ ਤੁਸੀਂ ਕਹਿ ਰਹੇ ਹੋ ਨੰਬਰ ਬਲੌਕ ਕੀਤੇ ਹੋਏ ਆ, ਬਟ YouTube ਤੇ ਦੇਖੀਏ, ਫੇਸਬੁੱਕ ਤੇ ਦੇਖੀਏ, ਇੰਸਟਾਗ੍ਰਾਮ ਤੇ ਦੇਖੀਏ ਜਾਂ ਸਨੈਪਚੈਟ ਦੀ ਗੱਲ ਕਰੀਏ, ਉਸ ਜਗ੍ਹਾ ਤੇ ਹਾਰ ਜਗ੍ਹਾ ਵਾਇਰਲ ਸੀਗਾ ਇਹ ਸਭ ਕੁਝ। ਤੁਹਾਨੂੰ ਕਿਸੇ ਨੇ ਦੱਸਿਆ ਨਹੀਂ? तब तक तो नहीं, मैंने जब तक इसे देखा तब तक तो कुछ भी नहीं था। इंस्टाग्राम में जब भी मैंने कभी किसी के दूसरे से भी देखा तो तब तक तो वो सारी चीजें इसमें थी ही नहीं। उसके बाद मैंने भी चीजें लेट गो कर दी, मैंने भी उतना ध्यान नहीं दिया। फिर अचानक जब दिसंबर के टाइम में मुझे चीजें पता लगी कि मैं ऐसे ही सोशल मीडिया पे देखी, तो फिर मैंने किसी के इससे साजन का वो देखा, इंस्टाग्राम वगैरह देखा, तो मैंने देखा कि चीजें कुछ और है। फिर चीजें पता चलने लगी कि मुझे यार यहाँ तो कहानी कुछ और हो चुकी है, ये तो शादी करने वाले, इनकी एंगेजमेंट हो गई, सारी चीज हो गई। मेरे को बाद में ये सारी चीजें पता चली, और उसके जब मुझे ये सारी चीजें जब पता लगी तो फिर मैंने आगे वो करी कि यार ये क्या हो रहा है। ਫਿਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਸਾਜ਼ ਜਾਂ ਉਹਦੇ ਪਰਿਵਾਰ ਦੇ ਨਾਲ ਕਿ ਇਹ ਕੀ ਹੋ ਰਿਹਾ ਹੈ? ਤੁਸੀਂ ਲੀਗਲੀ ਤੁਸੀਂ ਸੈਪਰੇਟ ਨਹੀਂ ਹੋਏ, ਡਾਈਵੋਰਸ नहीं ਹੋਇਆ ਤੁਹਾਡਾ? मुझे तो कभी समन ही नहीं मिला मैम, तो मैं किस बेसिस में मुझे पता चलेगा कि मेरा डाइवोर्स हो चुका है? मुझे तो ये अभी जाके पता चला, तब मैंने इतना एक्शन लिया है। मुझे जब तक नहीं पता था, मुझे तो यही झांसे में रखा गया था कि भाई तुम्हारा घर है, तुम आ जाओ, तुम आ जाओ। तब भी उन्होंने ये बात नहीं कही मुझसे कि क्या कहते हैं कि हमने तो ये सब कर लिया तुम्हारे साथ, तभी भी इन्होंने मुझे नहीं कहा। किसी ने भी नहीं दस्या उन्होंने घर दे विच? किसी ने भी नहीं बताया मुझे। जब मैंने हाथ पैर मारना चालू किया, कहीं से पता चला ये तो इन्होंने मुझे कहीं से एक्स पार्टी करके डाइवोर्स दे दिया है, तब मैंने चीज को पूरा खंगालने लगी। तब मुझे पता चला कि मेरे साथ ये चीज हो चुकी है। उसमें शादी की डेट गलत है, मेरा घर का एड्रेस मेंशन नहीं किया है, कुछ नहीं किया है, तो फिर मेरा डाइवोर्स कैसे हो गया? मैं उस चीज को डाइवोर्स कैसे मानूं? क्योंकि बिल्कुल ਜਦੋਂ ਡਾਈਵੋਰਸ ਦੀ ਗੱਲ ਕੀਤੀ ਜਾਂਦੀ ਹੈ ਤਾਂ ਦੋਨੋਂ ਪਾਰਟੀਆਂ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। 6 ਮਹੀਨੇ ਦਾ ਇੱਕ ਸਮਾਂ ਵੀ ਦਿੱਤਾ ਜਾਂਦਾ ਹੈ ਜੱਜ ਸਾਹਿਬ ਵੱਲੋਂ ਕਿ ਤੁਸੀਂ ਇੱਕ ਵਾਰ ਸੋਚ ਲਓ ਕਿ ਡਾਈਵੋਰਸ ਲੈਣਾ ਹੈ ਕਿ ਨਹੀਂ ਲੈਣਾ। ਉਹ ਸਮਾਂ ਵੀ ਹੁੰਦਾ, ਪਰ ਇਹ ਤੁਸੀਂ ਕਹਿ ਰਹੇ ਹੋ ਕਿ ਇਹ ਥਰਡ ਪਾਰਟੀ ਤੁਹਾਨੂੰ ਕਰਕੇ ਤੇ ਡਾਈਵੋਰਸ ਦਿੱਤਾ ਗਿਆ, ਤੁਹਾਨੂੰ ਪਤਾ ਹੀ ਨਹੀਂ ਚੱਲਿਆ ਇਹ ਸਭ ਕੁਝ। मतलब अनुग्रह थोड़ा जिहा किते ना किते ये भी लगता है कि सोशल मीडिया होते, क्योंकि साज जे गल करिए, साज खुद भी एक गायक है और अफसाना खुद एक वड्डी गायक है पंजाबी इंडस्ट्री दे विच, अच्छे गाने उन्होंने चले है। पर ये चीज़ां तुहानूं कदी पता ही नहीं चलियां कि ਉਹ ਉਹਨਾਂ ਦਾ कुछ रिलेशन है या अंगेजमेंट हो चुके हैं या विआह कराने वाले है? ਤੁਹਾਨੂੰ ਕਦੀ ਕਿਸੇ ਹੋਰ ਨੇ ਵੀ नहीं दस्सिया? ਤੁਹਾਡੇ नेड़े तेड़े ਜਿਹੜੇ है नहीं, मुझे किसी ने ये चीज नहीं बताई, मुझे किसी ने ये चीज नहीं बताई। और मुझे ऐसा था कि जब भैया भी अभी सेकेंड लॉकडाउन में जब बात हुई और जब वो कह रहे कि तुम आ जाओ यहाँ, ये तेरा ही घर है, वो तो किसी और के साथ लिव इन में रहता है, तो क्या हुआ, तुम आ जाओ। तो मेरा बस यही कहना था कि मेरा हस्बैंड ही मुझे नहीं बुला रहा है, तो मैं आपके कहने से क्यों आऊंगी। अच्छा, ਤੁਹਾਨੂੰ ਇਹ ਤੁਹਾਨੂੰ ਦੱਸਿਆ ਗਿਆ ਸੀ ਕਿ ਉਹ ਲਿव इन ਚ ਰਹਿ ਰਹੇ ਕਿਸੇ ਨਾਲ? हाँ जी, यही मुझे बोला था। फिर जब उन्होंने बोला तू आ जा, तो मैंने टिकट भी कराई थी आने के लिए। जब मैंने टिकट करा ली, सब करा लिया, फिर मेरे पति ये कहता है कि तुम मत आओ। फिर भैया से पता चल रहा है कि वो कह रहा है कि वो तो बोल रहा है कि मत आओ। ਇਹ ਕਦੋਂ ਦੀ ਗੱਲ ਹੈ? ਸੈਕਿੰਡ ਲੌਕਡਾਊਨ ਦੀ? हाँ, मतलब
फेब के आसपास की बात है ये, 2021 में फेब के आसपास की बात है ये चीज। ਤੇ ਜਦੋਂ ਤੁਹਾਨੂੰ ਪਤਾ ਚੱਲਿਆ ਹੁਣ ਕਿ ਉਹ ਕਿ ਲਿਵ ਇਨ ਚ ਰਹਿ ਰਹੇ ਆ, ਤੁਸੀਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਪੁੱਛਿਆ ਨਹੀਂ ਸਾਸ मैंने ਤੋਂ? तो भैया से कहा था साजन से मेरी बात कराए, मैंने तो कॉल भी किया था लेकिन साजन ने मेरे से बात ही नहीं की कभी। ਤੁਸੀਂ ਇੱਥੇ ਆਉਣ ਦੀ ਕੋਸ਼ਿਸ਼ ਕੀਤੀ? हाँ मैंने किया था, मैंने तो टिकट भी बनाया था, सब किया था, लेकिन बाद में फिर भैया के द्वारा मुझे पता चला कि वो रखना ही नहीं चाहता मुझे। तो फिर इतने दिन से तो मैं झांसे में ही थी ना, तो मुझे तो यही लगेगा ना कि मेरा कुछ नहीं हुआ। टिल दी एंड तक आप मुझे ये कह रहे हो कि आप आ जाओ, मैंने टिकट भी करा ली, फिर वो कह रहा है कि नहीं, तो कभी तो मुझे इस चीज का एहसास भी नहीं होने दिया ना उन्होंने कि ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ, YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ। ਆਲ ਆਫ ਦੀ ਸਡਨ ਤੁਹਾਨੂੰ ਇਹ ਸਭ ਕੁਝ ਪਤਾ ਚੱਲਿਆ ਔਰ ਫਿਰ ਤੁਸੀਂ ਅੱਗੇ ਜਿਹੜੀ ਹੈ ਜਾਂਚਣ ਦੀ ਕੋਸ਼ਿਸ਼ ਕੀਤੀ ਔਰ ਤੁਹਾਨੂੰ ਫਿਰ ਪਤਾ ਚੱਲਿਆ ਕਿ ਇਹ ਚੀਜ਼ ਹੈ ਕਿ ਉਹਦਾ ਵਿਆਹ ਵੀ ਹੈ। ਤੇ ਹੁਣ ਅਨੁਗ੍ਰਹਿ ਤੁਸੀਂ ਕੀ ਚਾਹੁੰਦੇ ਹੋ, ਤੁਹਾਡੀ ਕੀ ਮੰਗ ਰੱਖ ਰਹੇ ਹੋ ਤੁਸੀਂ? मांगना क्या है मैम, जो सच है वो तो सामने आना चाहिए। जिस तरीके फ्रॉड से इसने मेरे साथ मेरी पूरी जिंदगी बर्बाद कर दी, रोड में लाके खड़ा कर दिया, इसको एकेडमी खुलवा के दिया, वो तक हमारा सारा पैसा बर्बाद करके चला गया। इसके करके शादी करके अब तो मेरे फादर नहीं है, अब जब वो यहाँ था शादी करनी थी तो अब क्या करते, तो मम्मा ने जमीन बेच के हमारी शादी वादी कराई, जो भी पैसे से सारा कुछ हुआ सब कुछ डुबा के चला गया ये तो हमारा। ਅਕੈਡਮੀ ਕਿੱਥੇ ਖੋਲ ਕੇ ਤੁਸੀਂ ਕਹਿ ਰਹੇ ਹੋ ਅਕੈਡਮੀ ਖੋਲ ਕੇ ਦਿੱਤੀ, ਉਹ ਕਿੱਥੇ ਸੀ? रायपुर में एकेडमी खोल के दिया था इसे, उसकी भी पूरी डिटेल्स है मेरे पास। वहां पे खोल के दिया था, उसको भी इसने पूरा बर्बाद कर दिया। मतलब जहाँ पैसा लगा है वहां सब डुबा के चला गया ये, मतलब हमें रोड में लाके खड़ा कर दिया। आज के दिन में मैम हमें चीजों के लिए सोचना पड़ता है। उस बच्ची को आज तक नहीं पूछा, 2016 से आज तक की डेट है, ना उसके घर वाले ने ना उसने कभी नहीं पूछा कि वो बच्चा कैसा है, क्या कर रहे हो तुम लोग, कैसे हो, क्या हो, कभी भी नहीं। ਤੁਹਾਡੇ ਕੋਲ ਤਸਵੀਰਾਂ ਹੋਣਗੀਆਂ ਤੁਹਾਡੀ ਔਰ ਸਾਸ ਦੀਆਂ ਵਿਆਹ ਦੀਆਂ ਜਾਂ ਉਸ ਤੋਂ ਪਹਿਲੇ ਦੀਆਂ, ਕਿਉਂਕਿ ਸੋਸ਼ਲ ਮੀਡੀਆ ਤੇ ਅਸੀਂ ਦੇਖਿਆ ਕਿ ਕੁਝ ਤਸਵੀਰਾਂ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ है मेरे पास मैम पिक्चर्स है। ਕੀ ਅਸੀਂ ਦੇਖ ਸਕਦੇ ਹਾਂ? हाँ जी मैम। ਅਨੁਗ੍ਰਹਿ ਜਿਹੜੀਆਂ ਵੀ ਇਹ ਤਸਵੀਰਾਂ ਇਹਦੇ ਵਿੱਚ ਸਾਜ਼ ਦਾ ਚਿਹਰਾ ਬਿਲਕੁਲ ਕਲੀਅਰ ਨਹੀਂ ਨਜ਼ਰ ਆ ਰਿਹਾ ਹੈ, ਕਿ ਪਤਾ ਨਹੀਂ ਚੱਲ ਰਿਹਾ ਕਿ ਇਹ ਸਾਜ਼ ਹੀ ਹੈ। ਕੁਝ ਹੋਰ ਤਸਵੀਰਾਂ ਹੈ ਤੁਹਾਡੇ ਕੋਲ? मेरे पास पिक्चर्स मैं वो पिक्चर अगर आप बोलेंगे तो मैं आपको व्हाट्सएप कर दूंगी। मैं ਕਿਹੜੇ ਕਿਸ ਰੀਤੀ ਰਿਵਾਜ ਦੇ ਨਾਲ ਤੁਹਾਡਾ ਵਿਆਹ ਹੋਇਆ ਸੀ? हिंदू रीति रिवाज से, जैसे आप इसमें देख सकते हैं ये हिंदू रीति रिवाज के साथ शादी हुई है हमारी। ਤੁਸੀਂ ਇੱਕ ਹੋਰ ਤਸਵੀਰ ਦਿਖਾਈ ਸੀ, ਉਹ ਦੂਸਰੇ ਮੰਡਪ ਦੀ ਜਿਹੜੀ ਤਸਵੀਰ ਹੈ ਜੀ, ਇਹ ਅਲੱਗ-ਅਲੱਗ ਦਿਨ ਵਿਆਹ ਹੋਇਆ ਸੀ, ਅੱਡ-ਅੱਡ ਦਿਨ ਵਿਆਹ ਹੋਇਆ ਸੀ ਕਿ ਕਿਸ ਹਿਸਾਬ ਨਾਲ ਸੀ ਇਹ? ये तो जीरकपुर से हुई थी। ओके, इसमें आप देख सकते हैं ਜੀ ਜਦੋਂ ਤੁਸੀਂ ਜ਼ੀਰਕਪੁਰ ਆਏ ਸੀਗੇ। ਓਕੇ, ਸੋ ਉਹ ਜਿਹੜੀ ਤੁਸੀਂ ਪਹਿਲੇ ਤਸਵੀਰ ਦਿਖਾਈ ਸੀ ਇਹ झारखंड ਦੀ ਹੈ? झारखंड की नहीं है, ये रायपुर की है जी। यहाँ तो आके फिर वापस जीरकपुर में पूरा रिसेप्शन वगैरह हुआ था हमारा। ਤੇ ਤੁਸੀਂ ਵਿਆਹ ਰਜਿਸਟਰ ਕਰਵਾਇਆ ਸੀਗਾ ਤੁਹਾਡਾ ਔਰ ਸਾਜ ਦਾ ਵਿਆਹ ਰਜਿਸਟਰ ਸੀਗਾ? हाँ सर्टिफिकेट भी है मेरे पास ਜੀ, ਕੀ ਅਸੀਂ ਦੇਖ ਸਕਦੇ ਹਾਂ ਸਰਟੀਫਿਕੇਟ ਵੀ? ये हमारी शादी ਤੁਹਾਡੀ ਬੇਟੀ 2015 ਵਿੱਚ ਹੋਈ ਸੀ? 2016 ਵਿੱਚ ਹੋਈ ਸੀਗੀ। हाँ जी। ਸੋ 2016 ਮਤਲਬ 1 ਸਾਲ ਉਹ ਆਪਣੇ ਫਾਦਰ ਨਾਲ ਰਹੀ ਹੈ ਸਿਰਫ? हाँ जी। ਉਸ ਤੋਂ ਬਾਅਦ ਸਾਜ਼ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਕਿ ਆਪਣੀ ਬੱਚੀ ਨਾਲ ਵੀ ਉਹ ਗੱਲ ਕਰੇ? नहीं, कभी नहीं मैम, कभी भी नहीं। मुझे सबसे बड़ा दुख इस बात का है कि कम से कम एक बाप को ना अपनी बेटी का थोड़ा सा तो होता है। उसने कभी नहीं पूछा। वो फोन करती, अपने डैड को वो फोन करती थी, वो कहता आप कौन बोल रहे हो, मैं किसी लड्डू को नहीं जानता। उसका रिप्लाई ये होता है। उस बच्ची को कैसा लगता होगा
वो जिद करके कितने बार कॉल किए, हम टच में रहे, लेकिन साजन कभी उससे बात नहीं किया, कभी बात नहीं किया साजन ने उससे। ਹੁਣ ਜਦੋਂ ਤੁਸੀਂ ਦੁਬਾਰਾ ਹੁਣ ਕੇਸ ਲਗਾਇਆ ਹੋਇਆ ਹੈ ਮੋਹਾਲੀ ਤੋਂ, हाँ जी। ਤੁਸੀਂ ਉਹ ਵੀ ਉਸ ਬਾਰੇ ਵੀ ਥੋੜਾ ਜਿਹਾ ਦੱਸੋ ਕਿ ਕੀ ਕੇਸ ਲੱਗਿਆ ਹੋਇਆ ਹੈ, ਕਿਸ ਤਹਿਤ ਤੁਸੀਂ ਕੇਸ ਲਗਵਾਇਆ ਹੋਇਆ ਹੈ। केस ये बस इसी को, मतलब जो इन्होंने मुझे डाइवोर्स वो दिया है चैलेंज, मतलब उसे ही मैंने चैलेंज किया है कि किस बेसिस में आपने मेरा डाइवोर्स करवाया ना, उसमें एड्रेस है मेरा, क्योंकि धमतरी खुद अपने में एक डिस्ट्रिक्ट है, रायपुर अलग है, तो जब दोनों अलग अलग डिस्ट्रिक्ट है तो आप डिस्ट्रिक्ट को विलेज नहीं लिख सकते, और उसमें आपने मेरा हाउस नंबर भी मेंशन नहीं किया, कुछ भी मेंशन नहीं किया, एंड आपने सीधा मुझे एक्स पार्टी कह दिया। मुझे कभी नॉलेज तो होता मैम कि कभी कोई समन आया, कुछ आया, मुझे तो कभी कुछ मिला ही नहीं, तो मैं कहाँ से उन तक पहुंच पाऊंगी। ਤੇ ਅਨੁਗ੍ਰਹਿ, ਜਦੋਂ ਇਹ ਚੀਜ਼ਾਂ ਹੁਣ ਜੋ ਤੁਸੀਂ ਕੇਸ ਫਾਈਲ ਕੀਤਾ ਹੈ, ਅਦੋਂ ਸਾਜ਼ ਵੱਲੋਂ ਜਾਂ ਉਹਨਾਂ ਦੇ ਪਰਿਵਾਰ ਵੱਲੋਂ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਦੋਂ ਇਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਤਸਵੀਰਾਂ ਤੁਹਾਡੇ ਦੋਨਾਂ ਦੀਆਂ? ਨਹੀਂ, ਬਿਲਕੁਲ ਵੀ ਕੋਸ਼ਿਸ਼ ਨਹੀਂ ਕੀਤੀ ਗਈ? नहीं ਤੁਸੀਂ ਟਰਾਈ ਕੀਤੀ ਕਿ ਤੁਸੀਂ ਗੱਲ ਕਰੋ? नहीं मैम, अब क्या ट्राई करना, बहुत टाइम था, बहुत टाइम दिया कि साजन कभी वापस आ जाएगा, लेकिन कभी आया ही नहीं। उसने तो कभी हमें पूछा ही नहीं, हमें तो ऐसे लवारिस की तरह छोड़ दिया जैसे उसने कभी किसी से शादी नहीं की या उसका कभी कोई बच्चा नहीं है, ऐसे तो इसने हमें लवारिस छोड़ दिया। ਜਦੋਂ ਤੁਸੀਂ 2017 ਦੇ ਵਿੱਚ ਵਾਪਸ ਆਪਣੇ ਘਰ ਆਉਂਦੇ ਹੋ, ਉਸ ਵੇਲੇ ਸਾਜ਼ ਵੱਲੋਂ ਰੋਕਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਗਈ ਕਿ ਤੁਸੀਂ ਰੁਕ ਜਾਓ, ਕਿ ਤੁਹਾਡੀ ਬੱਚੀ ਵੀ ਨਾਲ ਹੈ? मैंने मई में हम गए थे, मैं, मम्मी, बुआ और बेबी, हम सब गए थे वहां पे। मैंने बहुत हाथ पैर जोड़ा उसके कि बच्ची है, बुस करके रह ले, बोलता मैंने तेरे साथ रहना ही नहीं। मैंने बोला एक रीजन दे दे, था ही नहीं रीजन उसके पास देने के लिए। ਨਹੀਂ, ਇਹ ਤੁਸੀਂ ਕਦੋਂ ਦੀ ਗੱਲ ਦੱਸ ਰਹੇ ਹੋ ਜੋ ਤੁਸੀਂ ਕਹਿ ਰਹੇ ਹੋ ਕਿ ਮੈਂ ਆਪਣੀ ਬੂਆ ਦੇ ਨਾਲ ਗਈ ਸੀ ਉੱਥੇ? मैं 2017 मई की बात कर रही हूँ, जब हम फैमिली गए थे, क्योंकि मैं जनवरी में वापस आ गई थी, देन अगेन मई में हम गए थे। मई में जब गए थे मम्मी, मैं, मेरी बुआ और बेटी, वो मैं तब की बात बता रही हूँ, 2017 में। ਉਸ ਵੇਲੇ ਸਾਜ਼ ਨੇ ਬਿਲਕੁਲ ਮਨਾ ਕਰਤਾ ਕਿ ਨਹੀਂ ਹੁਣ ਮੈਂ ਰਹਿਣਾ ਨਹੀਂ? हाँ जी, हाँ जी। ਤੇ ਤੁਸੀਂ ਟਰਾਈ ਕਰਦੇ ਰਹੇ 2017 ਤੋਂ ਬਾਅਦ? ਕਦੋਂ ਟਰਾਈ ਕੀਤਾ ਕਿ ਗੱਲ ਹੁਣ? मैंने बहुत ट्राई किया मैम, बहुत ट्राई किया मैंने, ऐसा मतलब कुछ नहीं है कि मैंने ट्राई नहीं किया होगा, हाथ पैर जोड़ लिया सबके घर वालों के, सब कुछ किया, लेकिन कहीं से कुछ नहीं हुआ। तो एक औरत और कितना गिरेगी और कितना हाथ पैर जोड़ेगी कि एक बच्चा है, मैं हूँ, हम साथ रहते, कितना हाथ पैर जोड़ेगी। ਕਦੇ ਉਹਨਾਂ ਦੇ ਬ੍ਰਦਰ, ਤੁਸੀਂ ਜਿੱਦਾਂ ਕਹਿ ਰਹੇ ਹੋ ਕਿ ਲੋਕਡਾਊਨ ਦੇ ਵਿੱਚ ਵੀ ਸਾਡੀ ਗੱਲ ਜਿਹੜੀ ਹੈ ਇਨ ਟੱਚ ਰਹੀ ਸੀ ਉਹਨਾਂ ਦੀ ਬ੍ਰਦਰ ਔਰ ਉਹਨਾਂ ਦੇ ਜਿਹੜੇ ਭਾਬੀ ਹੈ ਉਹਨਾਂ ਦੇ ਨਾਲ, ਉਹਨਾਂ ਨੇ ਵੀ ਟਰਾਈ ਨਹੀਂ ਕੀਤੀ ਕਦੀ ਕਿ ਤੁਹਾਡਾ ਦੁਬਾਰਾ ਪੈਚਅਪ ਹੋਵੇ ਔਰ ਤੁਸੀਂ ਵਾਪਸ ਆਓ ਉੱਥੇ? अब वो मुझे ये कह रहे हैं कि तुम आके रह लो यहाँ पर, उसका तो वो लिव इन रिलेशनशिप में रहता है। जब मेरा पति मुझे नहीं बुला रहा है, कुछ नहीं बोल रहा है, मैं उनके कहने से तो मैंने टिकट करा ली, बाद में वो कहता कि अब मत आओ, मुझे नहीं रहना। ਠੀਕ ਹੈ। ਤੇ ਅਨੁਗ੍ਰਹਿ ਜੀ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਬਹੁਤ ਨੁਕਸਾਨ ਵੀ ਜਿਹੜਾ ਹੈ ਤੁਹਾਡਾ ਹੋਇਆ ਹੈ, ਤੁਸੀਂ ਕਿਉਂਕਿ ਤੁਹਾਡੇ ਫਾਦਰ ਸਾਹਿਬ ਨਹੀਂ ਔਰ ਤੁਹਾਡੇ ਮਦਰ ਨੇ ਤੁਹਾਡਾ ਵਿਆਹ ਕਰਵਾਇਆ ਸੀ 2014 ਦੇ ਵਿੱਚ, ਔਰ ਜਿਹੜੀ ਜ਼ਮੀਨ ਵੇਚ ਕੇ ਇੱਕ ਜਿਹੜਾ ਹੈ ਤੁਸੀਂ ਅਕੈਡਮੀ ਖੋਲ ਕੇ ਜਿਹੜੀ ਹੈ ਉਹ ਸਾਜ਼ ਨੂੰ ਦਿੱਤੀ ਸੀ, ਉਸ ਹਿਸਾਬ ਦੇ ਨਾਲ ਵੀ ਤੁਸੀਂ ਕਿਹਾ ਕਿ ਸਾਡਾ ਬਹੁਤ ਨੁਕਸਾਨ ਹੋਇਆ, ਔਰ ਬੱਚੀ ਹੁਣ ਕਿਉਂਕਿ ਵਿਦਆਊਟ ਫਾਦਰ ਰਹਿ ਰਹੇ ਹੋ, ਤੁਸੀਂ ਦੋਨੋਂ ਜਾਣੇ ਹੁਣ ਅੱਡ ਰਹਿ ਰਹੇ ਹੋ, ਸੋ ਇਹ ਦਿੱਕਤਾਂ ਤੁਹਾਨੂੰ ਆ ਰਹੀ ਹੈ। ਪਰ ਤੁਸੀਂ ਕੀ ਚਾਹੁੰਦੇ ਹੋ, ਜਿੱਦਾਂ ਤੁਸੀਂ ਹੁਣ ਲਗਵਾਇਆ ਹੋਇਆ ਹੈ, ਕੇਸ ਫਾਈਲ ਕੀਤਾ ਹੋਇਆ, ਤੁਸੀਂ ਇਹ ਚਾਹੁੰਦੇ ਹੋ ਕਿ ਜਿਹੜਾ ਸਾਜ਼ ਹੈ ਤੁਹਾਨੂੰ ਵਾਪਸ ਬੁਲਾ ਕੇ ਤੁਸੀਂ ਉਹਨਾਂ ਦੇ ਨਾਲ ਰਹੋ, ਤੁਸੀਂ ਇਹ ਚਾਹੁੰਦੇ ਹੋ? मैम इतना फ्रॉड करने के बाद, और जो बच्ची को आज तक कभी नहीं पूछा, उस आदमी के साथ कौन औरत रहना पसंद करेगी? फिर तुसी की चाहते हो? मैं ये चाहती हूँ कि इसकी सच्चाई सामने है, जो इन्होंने फ्रॉड से मुझे तलाक दे दिया, वो सारी चीजें सच सामने आए और हमें इंसाफ मिले। ऐसा तो नहीं है मैम कि मैं भी किसी की बेटी हूँ, उसकी भी बेटी है, 2 लोगों की उसने जिंदगी खराब कर दी। हम क्या रास्ते में रहने के लिए उससे शादी किए थे क्या, कि कल के दिन वो रास्ते में छोड़ दे हमें? ਤੁਸੀਂ ਅਫਸਾਨਾ ਦੇ ਨਾਲ ਉਹਨਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ? नहीं, मैं उनसे क्यों बात करूं, क्योंकि ਤੁਹਾਡੇ ਪਤੀ ਨਾਲ ਉਹਨਾਂ ਦਾ ਵਿਆਹ ਹੋਣ ਵਾਲਾ ਹੈ। ਤੁਸੀਂ ਟਰਾਈ तो ਕੀਤਾ? मैं तो अपने पति से पहले तो मैं अपने पति से बात करूंगी ना, वो तो बहुत बाद में आती है, पहले तो मेरे ही पति है ना।
ਤੇ ਤੁਸੀਂ ਨਹੀਂ ਕੋਸ਼ਿਸ਼ ਕੀਤੀ ਕਿ ਉਹਨਾਂ ਨਾਲ ਗੱਲ ਕੀਤੀ ਜਾਵੇ ਕਿ ਉੱਥੇ ਕੋਈ ਸੋਲੂਸ਼ਨ ਜਿਹੜਾ ਨਿਕਲੇ? नहीं। ਓਕੇ। ਸੋ ਅਨੁਗ੍ਰਹਿ, ਹੁਣ ਤੁਸੀਂ ਆਪਣੇ ਪਿੰਡ ਹੀ ਹੋ, ਆਪਣੇ ਮਦਰ ਨਾਲ ਰਹਿੰਦੇ ਹੋ? हाँ जी। ਸੋਰਸਸ ਕੀ ਹੈ? ਤੁਸੀਂ ਕੁਝ ਕਰਦੇ ਹੋ, ਕੰਮ ਕਰਦੇ ਹੋ, ਕਿੱਦਾਂ ਕਮਾ ਰਹੇ ਹੋ, ਬੱਚੇ नहीं, ਕਿਸ ਤਰ੍ਹਾਂ कुछ ਪਾਲ नहीं ਰਹੇ ਹੋ? करती हूँ। मेरी बुआ है, उनका पेंशन आता है। मेरी मम्मा को भी ज्यादा पेंशन नहीं मिलता है, लाइक अराउंड 1000 रुपीज या ऐसा कुछ है उनका पेंशन। बहुत ज्यादा कुछ नहीं। आज जो है, जो भी हो रहा है, सिर्फ बुआ कर रही है, वो करके दे रही है हमें। ਤੁਹਾਡੇ ਫਾਦਰ ਸਾਹਿਬ ਕੀ ਕਰਦੇ ਸੀਗੇ? मेरे पापा NMDC में थे। आप बाहर जाओ। मेरे पापा मम्मी दोनों वर्किंग थे, वो रिटायर हो गए। ਤੁਹਾਡੇ ਮਦਰ ਨੇ ਕਦੀ ਕੋਸ਼ਿਸ਼ ਕੀਤੀ ਸਾਸ ਦੇ ਪਰਿਵਾਰ ਦੇ ਨਾਲ ਗੱਲ ਕਰਨ ਦੀ, ਸਮਝਾਉਣ वो ਦੀ? ਉਹਨਾਂ परिवार जो उनको बूढ़ी बोलता है, उनको उल्टा सीधा बोलता है। मेरी मम्मा को मैं कभी उनसे बात भी नहीं करने दूंगी। जो मेरी मम्मा की इज्जत नहीं करता है, मैं उससे कभी बात नहीं करने दूंगी। मेरी मम्मा को उनके घर, बस मेरा इतना ही कहना था कि मेरी मम्मा की एज हो गई है, मैं एक लौती हूँ उनकी, तो मैं कभी एक टाइम में उनको वहां लाके रखूंगी। तो उसके लिए भी बहुत कलेश किया उन्होंने। ਅੱਛਾ, ਇਹ 2014 ਦੀ 15 ਦੀ ਗੱਲ ਕਰ ਰਹੇ ਹੋ ਤੁਸੀਂ? ਉਦੋਂ ਤੁਸੀਂ हाँ ਗੱਲ जी, ਕੀਤੀ ਸੀ? तभी की बात कर रही हूँ मैं आपसे। तभी भी बहुत कलेश किया उन्होंने मेरे से कि वो अपनी माँ को क्यों लाके रखेगी, क्योंकि मेरी मम्मा तो अकेली है। आज मुझे ही उनको देखना करना है। अब उनकी एज भी हो रही है, तो उस करके भी मुझे बहुत सुनाया गया। तो मैं ऐसे लोगों से मैं अपनी मम्मा की बात क्यों करने दूं? मैं अपनी मम्मा की इंसल्ट नहीं सुन सकती ना मैं। ਅਨੁਗ੍ਰਹਿ, ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਇਹ ਸਭ ਚੀਜ਼ਾਂ ਹੋਈਆਂ ਹੈ ਔਰ ਤੁਸੀਂ ਹਾਲਾਂਕਿ ਕੇਸ ਵੀ ਫਾਈਲ ਕੀਤਾ ਹੈ, ਬਟ ਉਹਨਾਂ ਦੇ ਵੱਲੋਂ ਕੋਈ ਵੀ ਹਜੇ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਔਰ ਅਸੀਂ ਜਦੋਂ ਤੱਕ ਉਹਨਾਂ ਦਾ ਸੋਸ਼ਲ ਹੈਂਡਲ ਦੇਖਦੇ ਹਾਂ, ਉਹ ਬਿਲਕੁਲ ਨੋਰਮਲ ਹੋ ਕੇ ਆਪਣਾ ਕਰ ਰਹੇ ਨੇ। ਜੋ ਉਹਨਾਂ ਨੇ, ਮੈਨੂੰ ਲੱਗਦਾ ਉਹਨਾਂ ਦਾ ਵਿਆਹ ਵੀ ਹੈ ਹੁਣ ਅਗਲੇ ਮਹੀਨੇ ਹੈ ਸ਼ਾਇਦ, ਤੇ ਉਹਨਾਂ ਵੱਲੋਂ ਤਾਂ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਹੈ। ਫਿਰ ਤੁਸੀਂ ਹੁਣ ਕੀ ਸੋਚਿਆ ਕਿ ਅੱਗੇ ਕੀ ਕਰਨਾ ਹੈ? अभी जो होगा कोर्ट की तरफ से ही होगा। मैं मेरे सोचने से तो कुछ चीजें नहीं होंगी ना, चीजें तो फिर लीगली चलेंगी। ਕੁਛ ਅੱਗੇ ਪ੍ਰੋਸੈਸ ਵਧਿਆ ਹੈ, ਕੁਛ ਲੀਗਲੀ ਕੁਛ ਅੱਗੇ ਗੱਲ ਹੋਈ ਹੈ? ਤੁਹਾਡਾ ਲਾਇਰ ਕੀ ਕਹਿੰਦਾ ਹੈ, ਕੀ ਗੱਲਬਾਤ ਹੋਈ ਹੈ ਅੱਗੇ? ये सर ही बताएंगे। अभी तो मैं, अभी इस मैटर में कोई बात नहीं हुई। 18 जनवरी को सुनवाई है, उसके बाद देखेंगे क्या होता है और क्या नहीं। ਉਸ ਸੁਣਵਾਈ ਦੇ ਵਿੱਚ ਸਾਜ਼ ਦਾ ਹੋਣਾ ਲਾਜ਼ਮੀ ਹੈ ਉੱਥੇ ਕੋਰਟ ਦੇ ਵਿੱਚ? हाँ जी, उनका होना है। उनको ही बुलाया, उनके लिए ही समन गया है। ਤੁਹਾਨੂੰ ਲੱਗਦਾ, ਉਮੀਦ ਹੈ ਕਿ ਸਾਜ਼ ਆਓਗੇ ਉੱਥੇ? आना चाहिए मैम। ਤੁਹਾਡਾ ਬਹੁਤ ਬਹੁਤ ਧੰਨਵਾਦ ਅਨੁਗ੍ਰਹਿ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਉਮੀਦ ਕਰਦੇ ਹਾਂ ਕਿ ਜੋ ਗੱਲਾਂ ਤੁਸੀਂ ਸੋਸ਼ਲ ਮੀਡੀਆ ਤੇ ਲੈ ਕੇ ਆਏ ਹੋ ਔਰ ਜੋ ਤੁਹਾਡੀ ਦਿੱਕਤ ਹੈ, ਤੁਸੀਂ ਪ੍ਰੋਬਲਮ ਜੋ ਦੱਸੀ ਹੈ, ਉਸ ਦਾ ਸੋਲਿਊਸ਼ਨ ਜੋ ਹੈ ਉਹ ਨਿਕਲੇ। ਔਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਧੋਖੇ ਦੇ ਨਾਲ ਡਾਈਵੋਰਸ ਹੋਇਆ ਹੈ, ਤੁਹਾਨੂੰ ਪਤਾ ਨਹੀਂ ਸੀ, ਸੋ ਉਹ ਜਿਹੜੀਆਂ ਵੀ ਗੱਲਾਂ ਹੁਣ ਤੁਸੀਂ ਦੁਬਾਰਾ ਕੇਸ ਫਾਈਲ ਕੀਤਾ, ਸੋ ਜਿਹੜਾ ਹੋਏਗਾ ਉਹਦਾ ਸੋਲਿਊਸ਼ਨ ਅਸੀਂ ਉਮੀਦ ਕਰਦੇ ਹਾਂ ਕਿ ਪੋਜ਼ਿਟਿਵ ਹੋਵੇ। ਕਿਉਂਕਿ ਅਸੀਂ ਇਸ ਮਸਲੇ ਉੱਤੇ ਅਸੀਂ ਅਫਸਾਨਾ ਔਰ ਸਾਜ਼ ਨਾਲ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ, ਹਾਲਾਂਕਿ ਉਹਨਾਂ ਵੱਲੋਂ ਕੋਈ ਰਿਵਰਟ ਨਹੀਂ ਆਇਆ। ਸੋ ਅਸੀਂ ਆਪਣੇ ਵਿਊਜ਼ ਨੂੰ ਇੱਥੇ ਵੀ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਬਟ ਉਹਨਾਂ ਵੱਲੋਂ ਰਿਵਰਟ ਨਹੀਂ ਆਇਆ। ਬਟ ਅਨੁਗ੍ਰਹਿ ਨੇ ਆਪਣੀ ਸਾਰੀ ਜਿਹੜੀ ਕਹਾਣੀ ਹੈ 2014 ਤੇ ਕਿਸ ਤਰ੍ਹਾਂ ਉਹ ਸਾਜ਼ ਨੂੰ ਮਿਲੇ, ਕਦੋਂ ਵਿਆਹ ਹੋਇਆ, ਕਦੋਂ ਵਾਪਸ ਆਪਣੇ ਘਰ ਆ ਗਿਆ ਔਰ ਕੀ ਕੀ ਗੱਲਾਂ ਹੋਈਆਂ, ਸੋ ਉਹ ਇਹ ਸਭ ਕੁਝ ਅਨੁਗ੍ਰਹਿ ਨੇ ਸਾਨੂੰ ਦੱਸਿਆ। ਅਨੁਗ੍ਰਹਿ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ। ਸੋ ਕੁਝ ਕਹਿਣਾ ਚਾਹੋਗੇ ਤੁਸੀਂ ਜਾਂਦੇ ਜਾਂਦੇ? मैं बस इतना चाहती हूँ कि जो भी हो मेरी बेटी और मेरे साथ अच्छा हो। मुझे अपना तो नहीं, लेकिन मेरी बेटी का सबसे ज्यादा है। उसकी जिंदगी बहुत लंबी है। मैं कभी नहीं चाहती कि वो एक धक्के वाली जिंदगी जिए। जो हो गया वो मेरे साथ हो गया। मेरे को मेरी जिंदगी कभी मिलने नहीं वाली, बट मैं चाहती हूँ कि मेरी बेटी बहुत अच्छे से रहे और खुश रहे हमेशा जिंदगी में। कभी उसे किसी चीज की कमी ना हो। मेरी जिंदगी तो खराब हो गई, कर दिया मेरी जिंदगी खराब, लेकिन मेरे पास अभी कुछ है नहीं मेरी बेटी के अलावा। ਤੁਹਾਡਾ ਬਹੁਤ ਬਹੁਤ ਧੰਨਵਾਦ ਅਨੁਗ੍ਰਹਿ। थैंक यू। ਸੋ ਇਹ ਸਨ ਸਾਡੇ ਨਾਲ ਅਨੁਗ੍ਰਹਿ ਛੱਤੀਸਗੜ੍ਹ ਤੋਂ, ਔਰ ਉਹਨਾਂ ਨੇ ਦੱਸਿਆ ਕਿ ਕੀ ਪੂਰਾ
ਮਾਮਲਾ ਸੀਗਾ, ਅਸੀਂ ਸੁਣਿਆ ਹੈ ਕਿ ਕਦੋਂ ਸਾਜ਼ ਉਹਨਾਂ ਨੂੰ ਮਿਲੇ, ਔਰ ਸੋਸ਼ਲ ਮੀਡੀਆ ਤੇ ਤਸਵੀਰਾਂ ਬਹੁਤ ਸਾਰੀਆਂ, ਜਿਵੇਂ ਕਿ ਮੈਂ ਸਟਾਰਟਿੰਗ ਵਿੱਚ ਕਿਹਾ, ਕਿ ਵਾਇਰਲ ਹੋ ਰਹੀਆਂ ਅਨੁਗ੍ਰਹਿ ਔਰ ਸਾਜ਼ ਦੀਆਂ, ਜੋ ਕਿ ਵਿਆਹ ਦੀ ਤਸਵੀਰਾਂ ਹੈ। ਹੁਣ ਸੱਚਾਈ ਇੱਕ ਪਾਸੇ ਅਸੀਂ ਸੁਣੀ ਆ, ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਸਾਜ਼ ਉਹਨਾਂ ਨਾਲ ਅਸੀਂ ਦੁਬਾਰਾ ਕੰਟੈਕਟ ਕਰਨ ਦੀ ਕੋਸ਼ਿਸ਼ ਕਰਾਂਗੇ, ਜਦੋਂ ਉੱਥੇ ਵੀ ਉਹਨਾਂ ਨਾਲ ਗੱਲਬਾਤ ਹੋਏਗੀ ਉਹਨਾਂ ਦਾ ਪੱਖ ਵੀ ਜ਼ਰੂਰ ਰੱਖਾਂਗੇ। ਬਟ ਫਿਲਹਾਲ ਹੁਣ ਤੱਕ ਦੀ ਜਿਹੜੀ ਗੱਲਬਾਤ ਸੀ ਉਹ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਸੀ ਇਸ ਵਰਚੁਅਲ ਇੰਟਰਵਿਊ ਦੇ ਰਾਹੀਂ। ਸਤਿ ਸ਼੍ਰੀ ਅਕਾਲ। ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ, YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ।